ਤੇ ਮੈਂ ਦੱਸਦਾ ਚੱਲਾਂ ਕਿ ਜੀ ਸਤਲੁਜ ਦੇ ਹਵਾਲੇ ਨਾਲ ਜੀ ਓਵਰਆਲ ਖਬਰਾਂ ਜਿਹੜੀਆਂ ਨੇ ਜੋ ਅੱਛੀਆਂ ਨਹੀਂ ਹੈਗੀਆਂ। ਸਭ ਤੋਂ ਪਹਿਲੇ ਜੀ ਪੌਂਗ ਡੈਮ ਦੀ ਗੱਲ ਕਰਾਂਗੇ, ਜਿਹੜੀ ਕਿ ਜੀ ਪੌਂਗ ਡੈਮ ਦੀ ਲੇਟੈਸਟ ਅਪਡੇਟ ਚੱਲਦੀ ਪਈ ਹੈ, ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਡਿਸੈਮੀਨੇਟ ਹੁੰਦੀ ਪਈ ਹੈ, ਉਹਦੇ ਬਾਰੇ ਗੱਲ ਕਰਾਂਗੇ ਜੀ। ਪੌਂਗ ਡੈਮ ਦਾ ਜੀ ਲੈਵਲ ਹੋ ਗਿਆ ਜੀ 1394.46 ਫੁੱਟ, ਯਾਨੀ ਡੇਂਜਰ ਲੈਵਲ ਤੋਂ ਜੀ 4 ਫੁੱਟ ਉੱਪਰ ਚਲਾ ਗਿਆ ਹੈ। 1400 ਫੁੱਟ ਜੀ ਇਹਦਾ ਫੁੱਲ ਲੈਵਲ ਹੈਗਾ, ਇਹ ਗੱਲ ਤੁਸੀਂ ਜ਼ਿਹਨ ਵਿੱਚ ਰੱਖਣੀ ਹੈ। ਦੂਸਰੇ ਪਾਸੇ ਜੀ ਪੌਂਗ ਡੈਮ ਦਾ ਜਿਹੜਾ ਇਨਫਲੋ ਹੈ, ਜਿਹੜਾ ਕਿ ਜੀ ਉੱਤੇ ਪਾਣੀ ਦੀ ਆਮਦ ਹੈ, ਉਹ ਹੈਗੀ ਜੀ 1,85,587 ਕਿਊਸਿਕ, ਤੇ ਆਊਟਫਲੋ ਜਿਹੜਾ ਜੀ 81,075 ਕਿਊਸਿਕ ਹੈਗਾ। ਤੇ ਦੂਸਰੇ ਪਾਸੇ ਅਗਰ ਆਪਾਂ ਜੀ ਗੱਲ ਕਰੀਏ ਹਰੀਕੇ ਐਡਵਰਕਸ ਦੀ ਜਨਾਬ ਜਿਹੜੀ ਸੋਸ਼ਲ ਮੀਡੀਆ ਤੇ ਚੱਲਦੀ ਪਈ ਹੈ, ਅਪਸਟ੍ਰੀਮ ਤੇ ਜਨਾਬ 3,47,548 ਕਿਊਸਿਕ ਹੈ ਜੀ ਪਾਣੀ ਵਿੱਚ ਵਾਧਾ ਹੋਇਆ। ਡਾਊਨ ਸਟ੍ਰੀਮ ਵਿੱਚ ਜਨਾਬ 3,30,677 ਕਿਊਸਿਕ ਹੈ। ਤੇ ਇਹ ਜਨਾਬ ਸੋਸ਼ਲ ਮੀਡੀਆ ਦੀ ਸਾਰੀ ਇਨਫੋਰਮੇਸ਼ਨ ਹੈਗੀ ਹੈ। ਹੁਣ ਕਿੰਨੀ ਕੁ ਐਕੂਰੇਟ ਹੈ ਜੀ ਉਹ ਸਾਨੂੰ ਪਤਾ ਲੱਗੇਗਾ ਜਿਸ ਟਾਈਮ ਜੀ ਗੰਡਾ ਸਿੰਘ ਦੇ ਮੁਕਾਮ ਤੇ ਰਿਪੋਰਟ ਹੋਵੇਗਾ। ਤੇ ਹੁਣ ਤੱਕ ਜਨਾਬ ਜਿੰਨੀਆਂ ਵੀ ਖਬਰਾਂ ਆਉਂਦੀਆਂ ਪਈਆਂ ਨੇ ਸੋਸ਼ਲ ਮੀਡੀਆ ਤੇ, ਜੋ ਪੋਸਟਾਂ ਸ਼ੇਅਰ ਹੁੰਦੀਆਂ ਪਈਆਂ ਨੇ, ਤੇ ਉਹਦੇ ਨਾਲ ਜਨਾਬ ਕੋਈ YouTube ਤੇ ਅਗਰ ਚੀਜ਼ਾਂ ਮਿਲਦੀਆਂ ਨੇ ਜਾਂ ਇੰਡੀਅਨ ਮੀਡੀਆ ਰਿਪੋਰਟ ਕਰਦਾ ਪਿਆ ਤੇ ਉਹਦਾ ਜੀ ਨਤੀਜਾ ਇਹ ਹੀ ਨਿਕਲਦਾ ਹੈ ਕਿ ਪਾਣੀ ਵੱਧਦਾ ਪਿਆ ਹੈ। ਤੇ ਇਹ ਜਨਾਬ ਪੌਂਗ ਡੈਮ ਦੀ ਅਪਡੇਟ ਹੈ ਕਿਸੇ ਤੇ ਪੌਂਗ ਡੈਮ ਤੇ ਜਨਾਬ ਖਤਰੇ ਵੱਲ ਮਜ਼ੀਦ ਵੱਧਦਾ ਜਾ ਰਿਹਾ। ਖਤਰੇ ਦੇ ਲੈਵਲ ਤੋਂ ਵੈਸੇ 4 ਫੁੱਟ ਉੱਪਰ ਹੈ। ਤੇ ਭਾਖੜਾ ਦੀ ਜੀ ਅਪਡੇਟ ਨਹੀਂ ਆਈ, ਕਿਸੇ ਪਾਸੇ ਵੀ ਨਹੀਂ ਮੈਨੂੰ ਮਿਲੀ। ਮੈਂ ਜੀ ਬੜੀ ਕੋਸ਼ਿਸ਼ ਕੀਤੀ ਲੱਭਣ ਦੀ, ਲੇਕਿਨ ਜੇ ਆਪਾਂ ਗੰਡਾ ਸਿੰਘ ਦੇ ਮੁਕਾਮ ਦੀ ਗੱਲ ਕਰੀਏ ਤੇ ਗੰਡਾ ਸਿੰਘ ਦੇ ਮੁਕਾਮ ਦੀ ਅਗਰ ਗੱਲ ਕਰੀਏ ਤੇ ਜਨਾਬ ਗੰਡਾ ਸਿੰਘ ਦੇ ਮੁਕਾਮ ਤੇ ਜੀ ਪਾਣੀ ਵਿੱਚ ਇਜ਼ਾਫਾ ਹੋਇਆ ਹੈ। 23.70 ਫੁੱਟ ਗੇਜ ਹੋ ਗਈ ਹੈ। 3,19,295 ਕਿਊਸਿਕ ਹੋ ਗਿਆ ਜੀ। ਤਕਰੀਬਨ ਜਨਾਬ 8,000 ਪਾਣੀ ਜਿਹੜਾ ਜੀ ਵਧਿਆ, 8,000 ਕਿਊਸਿਕ ਵਧਿਆ। ਪਹਿਲੇ ਜਨਾਬ ਹੈਗਾ ਸੀ 3,11,673 ਕਿਊਸਿਕ, ਤੇ ਜਨਾਬ ਗੰਡਾ ਸਿੰਘ ਦੇ ਮੁਕਾਮ ਤੇ ਪਾਣੀ ਵਿੱਚ ਇਜ਼ਾਫਾ ਹੋ ਗਿਆ ਜੀ। ਤੇ ਸੁਲੇਮਾਨ ਕੇ ਐਡਵਰਕਸ ਦੀ ਅਗਰ ਗੱਲ ਕਰੀਏ ਤੇ ਇੱਥੇ ਜਨਾਬ 1,28,360 ਕਿਊਸਿਕ ਦੀ ਅਪਸਟ੍ਰੀਮ ਤੇ ਹੈ, ਤੇ ਡਾਊਨ ਸਟ੍ਰੀਮ ਵਿੱਚ ਜਨਾਬ 1,28,360 ਕਿਊਸਿਕ ਪਾਣੀ ਜਿਹੜਾ ਜੀ ਉਹ ਛੱਡਿਆ ਜਾ ਰਿਹਾ। ਇਸਲਾਮ ਐਡਵਰਕਸ ਦੀ ਅਗਰ ਗੱਲ ਕਰੀਏ ਤੇ 95,727 ਕਿਊਸਿਕ ਦੀ ਅਪਸਟ੍ਰੀਮ ਤੇ ਡਾਊਨ ਸਟ੍ਰੀਮ ਵਿੱਚ ਵੀ 95,727 ਕਿਊਸਿਕ ਜਿਹੜਾ ਜੀ ਉਹ ਛੱਡਿਆ ਜਾ ਰਿਹਾ। ਇਹ ਜੀ ਸਿਚੁਏਸ਼ਨ ਹੈਗੀ ਜੀ ਓਵਰਆਲ ਸਤਲੁਜ ਦੇ ਹਵਾਲੇ ਨਾਲ। ਤੇ ਮੈਂ ਜਨਾਬ ਦੱਸਦਾ ਚੱਲਾਂ ਕਿ ਨਹਿਰਾਂ ਅਜੇ ਤੱਕ ਬੰਦ ਨੇ, ਬਲਕਿ ਇਹ ਨਹਿਰਾਂ ਬੰਦ ਰਹਿਣਗੀਆਂ ਜਿੰਨੀ ਦੇਰ ਤੱਕ ਇਹ ਫਾਲਿੰਗ ਪੋਜੀਸ਼ਨ ਵਿੱਚ ਨਹੀਂ ਜਾਂਦਾ, ਨਾਰਮਲ ਨਹੀਂ ਹੁੰਦਾ, ਉਨੀ ਦੇਰ ਤੱਕ ਜਨਾਬ ਨਹਿਰਾਂ ਬੰਦ ਰਹਿਣਗੀਆਂ। ਨਹਿਰਾਂ ਦੇ ਬਾਰੇ ਜੀ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਜੀ ਉਹ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ। ਜ਼ਾਹਿਰ ਜੀ ਕਈ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੈ, ਤੇ ਮੈਂ ਜਨਾਬ ਦੱਸਦਾ ਚੱਲਾਂ ਕਿ ਅਗਰ ਨਹਿਰਾਂ ਚੱਲਣਗੀਆਂ ਤੇ ਜਨਾਬ 2-3 ਦਿਨ ਵਿੱਚ ਨਹਿਰਾਂ ਬਿਲਕੁਲ ਬੇਕਾਰ ਹੋ ਜਾਣਗੀਆਂ। ਕਿਉਂਕਿ ਜੀ ਜਦੋਂ ਸੈਲਾਬੀ ਪਾਣੀ ਆਉਂਦਾ ਹੈ ਤਾਂ ਹੈਡਵਰਕਸ ਤੇ ਪਹੁੰਚਦਾ ਹੈ, ਸਿਲਟ ਬਹੁਤ ਜ਼ਿਆਦਾ ਹੁੰਦੀ ਹੈ, ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਜੀ ਨਹਿਰਾਂ ਨੂੰ ਖਰਾਬ ਕਰਦੀਆਂ ਨੇ ਤੇ ਨਹਿਰਾਂ ਬਿਲਕੁਲ ਬੇਕਾਰ ਹੋ ਜਾਂਦੀਆਂ ਨੇ। ਉਹਦਾ ਨਤੀਜਾ ਇਹ ਨਿਕਲਦਾ ਹੈ ਅਗਰ ਨਹਿਰਾਂ ਚਲਾ ਦਿੱਤੀਆਂ ਜਾਣ, ਕਈ ਲੋਕ ਕਹਿੰਦੇ ਨੇ ਕਿ ਜੀ ਇੰਟੈਂਸਿਟੀ ਘਟ ਜਾਵੇਗੀ। ਭਾਈ ਬਿਲਕੁਲ ਇੰਟੈਂਸਿਟੀ ਨਹੀਂ ਘਟੇਗੀ, ਕਿਉਂਕਿ ਜੀ ਹੈਡਵਰਕਸ ਦਾ ਕੰਮ ਹੁੰਦਾ ਹੈ ਪਾਣੀ ਨੂੰ ਰੈਗੂਲੇਟ ਕਰਨਾ। ਹੁਣ ਸਿਚੁਏਸ਼ਨ ਹੈ ਜੀ ਇਹ ਸੈਲਾਬੀ ਸੂਰਤ-ਹਾਲ ਹੈ, ਇਹਦੇ ਵਿੱਚ ਹੈਡਵਰਕਸ ਦਾ ਕੰਮ ਹੈਗਾ ਕਿ ਪਾਣੀ ਨੂੰ ਮਹਿਫੂਜ਼ ਤਰੀਕੇ ਨਾਲ ਪਾਸ ਕੀਤਾ ਜਾਵੇ। ਹੁਣ ਪ੍ਰਾਇੋਰਟੀ ਜਿਹੜੀ ਉਹ ਕੈਨਾਲਸ ਨਹੀਂ ਹੈਗੀਆਂ, ਉਹ ਪ੍ਰਾਇੋਰਟੀ ਹੈਗੀ ਹੈ ਕਿ ਪਾਣੀ ਨੂੰ ਜਿਹੜਾ ਅਪਸਟ੍ਰੀਮ ਤੇ ਰਿਪੋਰਟ ਹੁੰਦਾ ਪਿਆ ਉਹਨੂੰ ਡਾਊਨ ਸਟ੍ਰੀਮ ਵਿੱਚ ਛੱਡਿਆ ਜਾਵੇ ਤਾਂ ਕਿ ਜੀ ਹੈਡਵਰਕਸ ਆਪਣਾ ਕੰਮ ਕਰੇ। ਕਿਉਂਕਿ ਜੀ ਬੇਸਿਕਲੀ ਹੈਡਵਰਕਸ ਇੱਕ ਡਾਇਵਰਜਨ ਸਟਰਕਚਰ ਹੁੰਦਾ ਹੈ, ਪਾਣੀ ਨੂੰ ਰੋਕਣਾ ਤੇ ਰੋਕ ਕੇ ਜੀ ਡਾਇਵਰਟ ਕਰਨਾ। ਤੇ ਉਹ ਜੀ ਡਾਇਵਰਜਨ ਸਟਰਕਚਰ ਉਨੀ ਦੇਰ ਤੱਕ ਕੰਮ ਕਰਦਾ ਜਿੰਨੀ ਦੇਰ ਤੱਕ ਸਿਚੁਏਸ਼ਨ ਨਾਰਮਲ ਹੋਵੇ। ਜਦੋਂ ਉਹ ਸਿਚੁਏਸ਼ਨ ਤੋਂ ਪਾਣੀ ਓਵਰ ਹੋ ਜਾਵੇ, ਜਿਵੇਂ ਕਿ ਸੈਲਾਬੀ ਸੂਰਤ-ਹਾਲ ਬਣੀ ਖੜੀ ਹੈ, ਉਸ ਵੇਲੇ ਜੀ ਡਾਇਵਰਜਨ ਸਟਰਕਚਰ ਦਾ ਰੋਲ ਚੇਂਜ ਹੋ ਜਾਂਦਾ ਹੈ। ਫਿਲਹਾਲ ਜਿਹੜੀ ਸਿਚੁਏਸ਼ਨ ਬਣੀ ਖੜੀ ਹੈ ਸੈਲਾਬ ਦੀ, ਇਹਦੇ ਵਿੱਚ ਪਹਿਲੀ ਪ੍ਰਾਇੋਰਟੀ ਹੈਗੀ ਹੈ ਕਿ ਪਾਣੀ ਜਿਹੜਾ ਆਉਂਦਾ ਪਿਆ ਉਹਨੂੰ ਪਾਸ ਕੀਤਾ ਜਾਵੇ। ਨਹਿਰਾਂ ਬਿਲਕੁਲ ਪ੍ਰਾਇੋਰਟੀ ਨਹੀਂ, ਤੇ ਨਾ ਹੀ ਟੈਕਨੀਕਲੀ ਨਹਿਰਾਂ ਚੱਲ ਸਕਦੀਆਂ ਨੇ। ਇਹ ਜਿਹੜੇ ਦੋਸਤ ਭਰਾ ਜਿਨ੍ਹਾਂ ਕੋਲ ਪਾਣੀ ਨਹੀਂ ਪਹੁੰਚਦਾ ਪਿਆ ਉਹਨਾਂ ਦਾ ਸਵਾਲ ਹੈਗਾ ਸੀ, ਤੇ ਉਹਨਾਂ ਨੂੰ ਮੈਂ ਜੀ ਬੜੇ ਸਾਦੇ ਤਰੀਕੇ ਨਾਲ ਜਵਾਬ ਦਿੱਤਾ ਹੈ ਕਿ ਭਾਈ ਨਹਿਰਾਂ ਚੱਲਣਗੀਆਂ ਤੇ ਦਿਹਾੜੀ ਵਿੱਚ ਨਹਿਰਾਂ ਬਿਲਕੁਲ ਬੇਕਾਰ ਹੋ ਜਾਣਗੀਆਂ। ਉਹਦਾ ਨਤੀਜਾ ਇਹ ਨਿਕਲੇਗਾ ਕਿ ਉਹਨਾਂ ਨਹਿਰਾਂ ਨੂੰ ਬਾਅਦ ਵਿੱਚ ਬਹਾਲ ਕਰਨ ਤੇ ਜੀ ਬਹੁਤ ਜ਼ਿਆਦਾ ਖਰਚਾ ਹੋਵੇਗਾ। ਤੇ ਇਸ ਲਈ ਜਨਾਬ ਇਹ ਰੂਲ ਹੁੰਦਾ ਹੈ ਕਿਸੇ ਵੀ ਹੈਡਵਰਕਸ ਦਾ, ਜਦੋਂ ਸੈਲਾਬੀ ਸੂਰਤ-ਹਾਲ ਬਣੇ, ਸਿਲਟ ਆ ਰਹੀ ਹੁੰਦੀ ਹੈ, ਇਸ ਲਈ ਜੀ ਨਹਿਰਾਂ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਕਿ ਨਹਿਰਾਂ ਦੇ ਜਿਹੜੇ ਸਟਰਕਚਰ ਨੂੰ ਨੁਕਸਾਨ ਨਾ ਪਹੁੰਚੇ।